जी अज की साडी ये तीसरी वीडियो है और ये अज की विचार भी जो प्रचलित तीजी वीडियो साडी ये वैबसाइट वास्ते है गुरु नानक सिख सभा वालों। ये पन्ना पुस्तक का डॉक्टर गंडा सिंह जी वाली का तीसरा है ते विचार इत्थे तक पहुंची सी। ਤਾਂ इस पुस्तक च लिखिया होया कि पहले चार गुरु साहिबां दी कोई हथ लिखत अते निशान प्राप्त नहीं होए। ये बहुत प्यारियां बातां ने जी, विचारां ने। बातां ना कहो, डूंघियां विचारां कहो, जो मर्जी शब्द वरत लो। अगे लिखिया है एक पुस्तक दा पंजवें गुरु अर्जन साहिब दा निशान करतारपुर जिला जालंधर विच सुरक्षित श्री गुरु ग्रंथ साहिब जी की पहली लिखी बीड़ विचों हूबहू उतारा है। जो 18 अगस्त 1946 ईस्वी ਨੂੰ भाई महा सिंह जी आडिटर खालसा समाचार ने कीता सी ਜਦੋਂ ਉਹ डॉक्टर भाई जोत सिंह जी नाल इस बीड़ संबंधी खोज पड़ताल करन गए सन। वो जो निशान उस विच दिता होया है और इन्हां ने श्री गुरु अर्जन देव जी का निशान लिखिया होया है और अगे एक शब्द है श्री गुरु ग्रंथ साहिब जी की पहली लिखी बीड़ विचों हूबहू उतारा है। ये जो शब्द है ना, पहली लिखी बीड़ विचों हूबहू उतारा है। और जो डॉक्टर भाई जोत सिंह जी वालों पुस्तक भी छपी है, दास ने वो भी पढ़ी है। ये जो इस वेले करतारपुर जलंधर शब्द जो है शहर, उस करतारपुर विच जो इस वेले एक शब्द होर है बीड़, आ लिखा ना बीड़। वो मैनू नहीं पता भी ये बीड़ शब्द किवें प्रचलित होया, क्यों प्रचलित होया, जब बीड़ शब्द की महानता की है, इस शब्द की महानता की है, ਇਹਦਾ भी मैनू कोई बहुत नहीं ज्ञात। पर मैं आप जी की ज्ञात लई बेनती करदा कि जिस तरह दास ने पहली वीडियो विच और कई बारी पहला भी दस्सिया है कि गुरु नानक सिख सभा इंक दे उद्यम नाल दास नूं 2018 ਦੇ ਅੰਦਰ ਕੋਈ 4-5 ਮਾਹ ਲਾ ਕੇ ਕੋਈ 100 ਪ੍ਰਾਚੀਨ ਹੱਥ ਲਿਖਤਾਂ ਦੇ ਦਰਸ਼ਨ ਪਰਸਨ PDF ਦੇ ਰਾਹੀਂ ਦਾਸ ਨੇ ਇਸੇ ਕੰਪਿਊਟਰ ਤੇ ਬੈਠ ਕੇ ਕੀਤੇ, ਜਿਸ ਤੇ ਅੱਜ ਦਾਸ ਬੈਠਾ ਹੋਇਆ। ਇਹ ਗੁਰੂ ਨਾਨਕ ਸਿੱਖ ਸਭਾ ਦਾ ਆਪਣਾ ਕੰਪਿਊਟਰ ਹੈ। तो मैं आप जी ਨੂੰ ਕੀ ਕਹਿਣਾ ਚਾਹੁੰਦਾ ਕਿ ਜਿਤਨੇ ਪ੍ਰਾਚੀਨ ਹੱਥ ਲਿਖਤ ਪੋਥੀਆਂ ਹਨ, ਉਹਨਾਂ ਵਿੱਚ ਪੋਥੀ ਸ਼ਬਦ ਹੈ। ਤਾਂ ਮੇਰਾ ਜੋ ਜਿੰਨਾ ਕੁ ਇਹਦੇ ਵਿੱਚੋਂ ਗਿਆਤ ਹੋਇਆ, ਉਹ ਹੱਥ ਲਿਖਤ ਪੋਥੀ ਸ਼ਬਦ ਆਖਣਾ ਚਾਹੀਦਾ ਹੈ। ਬੀੜ ਨਾਲੋਂ ਮੇਰੇ ਖਿਆਲ ਵਿੱਚ ਪੋਥੀ ਸ਼ਬਦ ਪ੍ਰਾਚੀਨ ਹੈ ਔਰ ਸਾਹਿਤਿਕ ਹੈ और गुरबाणी दे साहित्य विच है। मैं किधरे बीड़ शब्द नहीं पढ़िया। चलो इस तो अगे जी, तो ये जिहड़ी गल इत्थे लिखी है ना कि पहली लिखी बीड़ विचों, और अज वो साडे विच मौजूद नहीं है। कई सज्जन ऐसे भी हैं जिन्हां दा असीं नाम वीडियो विच नहीं लेंदे, क्योंकि कई बारी कोई कहे कि मेरा नाम क्यों लिया जां किवें है,
ਪਰ ਮੈਂ ਅੱਜ ਵੀ ਨਾਮ ਲੈਣ ਤੋਂ ਸੰਕੋਚ ਕਰਾਂਗਾ, ਪਰ ਇਤਨਾ ਦੱਸਾਂਗਾ ਕਿ ਉਹ ਸੱਜਣ ਅੱਜ ਸਾਡੇ ਵਿੱਚ ਨਹੀਂ। ਦਾਸ ਦਾ ਉਹਨਾਂ ਦੇ ਨਾਲ ਜਨਵਰੀ 2018 ਪਹਿਲੀ ਵਾਰ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਜੀ ਦੇ ਵਿੱਚ ਮੇਲ ਹੋਇਆ ਸੀ। ਮੇਰੇ ਨਾਲ ਮੇਰਾ ਇੱਕ ਸਾਥੀ ਸੀ ਤੇ ਉਹ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਰਿਹਾ, ਉਹ ਫੋਟੋਆਂ ਸਾਰੀਆਂ ਗੁਰੂ ਨਾਨਕ ਸਿੱਖ ਸਭਾ ਦੇ ਪਾਸ ਹਨ। ਮੈਨੂੰ ਸਭ ਕੁਝ ਯਾਦ ਹੈ। ਔਰ ਉਸ ਸੱਜਣ ਪਾਸੋਂ ਉਹਨਾਂ ਨੇ ਕਰਤਾਰਪੁਰ ਵਾਲੀ ਪੋਥੀ ਦੇ, ਉਸ ਗੁਰਬਾਣੀ ਦੀ ਪੋਥੀ ਦੇ ਦਰਸ਼ਨ ਪਰਸਨ ਕਰਦਿਆਂ ਫੋਟੋਆਂ ਖਿੱਚੀਆਂ। ਔਰ ਅੱਜ ਉਹ ਫੋਟੋਆਂ ਕੋਈ 70, 80, 50, 100 ਗੁਰੂ ਨਾਨਕ ਸਿੱਖ ਸਭਾ ਦੇ ਪਾਸ ਮੌਜੂਦ ਹਨ। ਔਰ ਦਾਸ ਨੇ ਉਹਨਾਂ ਨੂੰ ਬੜੀ ਗੌਰ ਨਾਲ ਦੇਖਿਆ। ਮੈਂ ਜਲਦੀ ਛੇਤੀ ਛੇਤੀ ਭੱਜਣਾ ਨਹੀਂ ਚਾਹਾਂਗਾ ਔਰ ਉਹਨਾਂ ਨੂੰ ਦੇਖਣ ਦਾ, ਪੜ੍ਹਨ ਦਾ ਮੌਕਾ ਮਿਲਿਆ। ਔਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਉਹ ਮੇਰੇ ਕੋਲੋਂ ਨਿਕਲ ਚੱਲੀ ਸੀ ਦਿਮਾਗ ਵਿੱਚੋਂ, ਕੀ ਹੈ ਕਿ ਇਹ ਨਿਰਣਾ ਕਰਨਾ ਕਿ ਇਹ ਸ਼ਬਦ ਕਿਸ ਸਦੀ ਦਾ ਹੈ, ਇਹ ਬੋਲੀ ਕਿਸ ਕਾਲ ਦੀ ਹੈ, ਇਹ ਲਿਖਤ ਕਿਸ ਦਹਾਕੇ ਸਦੀ ਦੀ ਹੈ, ਇਹ ਨਿਰਣਾ। ਦੁਬਾਰਾ ਸੁਣਨਾ, ਮੈਂ ਬਹੁਤ ਇੱਕ ਡੂੰਘੀ ਜੀ ਵਿਚਾਰ ਆਪ ਜੀ ਨਾਲ ਕਰ ਰਿਹਾ ਕਿ ਕੋਈ ਵੀ ਲਿਖਤ ਤੁਹਾਡੇ ਸਾਹਮਣੇ ਹੈ, ਉਸ ਦੀ ਬੋਲੀ ਪਹਿਚਾਨਣੀ ਔਰ ਉਸ ਲਿਖਤ ਨੂੰ ਪਹਿਚਾਨਣਾ, ਬੋਲੀ ਪਹਿਚਾਨਣੀ, ਸ਼ਬਦਾਵਲੀ ਪਹਿਚਾਨਣੀ ਉਸ ਬੋਲੀ ਦੀ, ਔਰ ਜਿਸ ਥਾਂ ਤੇ ਉਹ ਜਿਸ ਲਿਪੀ ਵਿੱਚ ਲਿਖੀ ਹੋਈ ਹੈ ਉਸ ਲਿਪੀ ਨੂੰ ਪਹਿਚਾਨਣਾ ਕਿ ਕਿਸ ਕਾਲ ਦੀ ਹੈ। ਇਹ ਕਾਰਜ, ਇਹ ਕੰਮ ਕੇਵਲ ਉਹੀ ਸੱਜਣ, ਉਹੀ ਸੰਸਥਾ ਕਰ ਸਕਦੀ ਹੈ ਜਿਸ ਨੇ ਅੱਜ 2000 ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਕਾਲ, ਉਹਨਾਂ ਦੇ ਜਿਸ ਕਾਲ ਵਿੱਚ ਗੁਰਬਾਣੀ ਦਰਪਣ ਬਣਿਆ, ਉੱਥੇ ਤੱਕ ਚਲੇ ਜਾਂਦੇ ਹਾਂ 1970 ਤੱਕ। ਅੱਜ 2000 ਲਾ ਲਓ ਤੁਸੀਂ, 2024 ਹੈ, 2000 ਲਾ ਲਓ ਕਿ ਜਿਹੜਾ ਵਿਅਕਤੀ 2000 ਇਸ ਈਸਵੀ ਤੋਂ ਲੈ ਕੇ ਪਿੱਛੇ ਨੂੰ ਪੜੇਗਾ, 1900, 1800, ਹੁਣ ਆਪਾਂ ਸਦੀ ਸ਼ਬਦ ਵਰਤ ਲੈਂਦੇ ਹਾਂ, 17ਵੀਂ ਸਦੀ, 16ਵੀਂ ਸਦੀ, 15ਵੀਂ ਸਦੀ, 14ਵੀਂ ਸਦੀ, 13ਵੀਂ ਸਦੀ, 12ਵੀਂ ਸਦੀ, 11ਵੀਂ ਸਦੀ, 10ਵੀਂ ਸਦੀ, 9ਵੀਂ ਸਦੀ, 8ਵੀਂ ਸਦੀ, 7ਵੀਂ, 6ਵੀਂ, 5ਵੀਂ, ਚੌਥੀ, ਤੀਜੀ, ਦੂਜੀ, ਪਹਿਲੀ। ਜਿੱਥੇ ਪਹਿਲੀ ਸਦੀ ਹੈ, ਪਹਿਲੀ ਸਦੀ ਤੋਂ ਫਿਰ ਪਿੱਛੇ ਜਾਈਏ, ਜਿਸ ਨੂੰ ਈਸਾ ਪੂਰਬ ਸ਼ਬਦ ਕਹਿੰਦੇ ਨੇ। ਪਿੱਛੇ ਜਾਣਾ ਹੋਵੇ ਉਹਨੂੰ ਈਸਾ ਪੂਰਬ ਕਹਿੰਦੇ ਨੇ। ਪਿਛਲੀ ਪਹਿਲੀ ਸਦੀ ਈਸਾ ਪੂਰਬ, ਦੂਜੀ ਸਦੀ ਈਸਾ ਪੂਰਬ, ਤੀਜੀ ਸਦੀ ਈਸਾ ਪੂਰਬ, ਜਿੱਥੇ ਰਾਜੇ ਅਸ਼ੋਕ ਦਾ ਕਾਲ ਹੈ। ਉਸ ਕਾਲ ਤੋਂ ਭਾਰਤ ਦੇ ਅੰਦਰ ਹੱਥ ਲਿਖਤਾਂ ਪੱਥਰਾਂ ਤੇ ਲਿਖੀਆਂ ਮੌਜੂਦ ਸਨ। ਮੈਂ ਹੁਣ ਕਹਿਣਾ ਕੀ ਚਾਹੁੰਦਾ ਹਾਂ, ਰਾਜੇ ਅਸ਼ੋਕ ਤੋਂ ਲੈ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਤੱਕ, 2000 ਤੱਕ, ਜ਼ਿਆਦਾ ਨਹੀਂ ਹੈ, 2000 ਇਹ ਤੇ 300 ਪਿਛਲੇ, ਤਾਂ ਇਹ 2200-2300 ਬਰਖ ਦਾ ਲਿਪੀ ਦਾ ਤੇ ਬੋਲੀ ਦਾ ਜਿਹੜਾ ਇਤਿਹਾਸ, ਇਤਿਹਾਸ ਸ਼ਬਦ ਨਹੀਂ ਮੈਂ ਕਹਾਂਗਾ, ਇਤਿਹਾਸ ਮੇਰੇ ਲਈ ਇਦਾਂ ਨਹੀਂ ਹੈ, ਵਿਕਾਸ ਕ੍ਰਮ ਨੂੰ ਸਮਝ ਲਏਗਾ, ਪੜ੍ਹ ਲਏਗਾ, ਲਿਖ ਲਏਗਾ, ਕੋਈ
कोई 1000-2000 घंटा वेला ला लवेगा, ਉਹ ਸੱਜਣ ਜਾਂ ਉਹ ਸੰਸਥਾ ਵਾਲੇ ਇਸ ਗੱਲ ਦੇ ਯੋਗ ਹੋ ਜਾਣਗੇ ਕਿ ਤੁਸੀਂ ਪਹਿਚਾਨ ਸਕੋ ਕਿ ਕਿਹੜੀ ਲਿਖਤ ਕਿਸ ਕਾਲ ਦੀ ਹੈ, ਕਿਹੜਾ ਸ਼ਬਦ ਕਿਸ ਕਾਲ ਦਾ ਹੈ। ਔਰ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਗੁਰੂ ਨਾਨਕ ਦੀ ਬਾਣੀ ਦੀ ਵਿਚਾਰ ਵਿੱਚੋਂ ਕੁਝ ਐਸੀ ਪ੍ਰਾਪਤੀ ਵਾਲੇ ਜਿਹੜੇ ਸੱਜਣ ਸੀ ਉਹਨਾਂ ਦਾ ਸਾਥ ਮਿਲਿਆ। ਤੇ ਉਹਨਾਂ ਸਾਰੇ ਸੱਜਣਾ ਦਾ ਜੇ ਇੱਕ ਨਾਮ ਹੈ ਉਹ ਹੈ ਸ੍ਰੀ ਗੁਰੂ ਨਾਨਕ ਸਿੱਖ ਸਭਾ। ਉਹਨਾਂ ਦੇ ਸਹਿਯੋਗ ਨਾਲ ਦਾਸ ਨੂੰ ਇਹ ਸਾਰਾ ਕੁਝ ਪੜਨ ਦਾ ਸਮਾਂ ਮਿਲਿਆ। ਮੈਂ ਆਪ ਜੀ ਨੂੰ ਕਿਉਂ ਇਹ ਗੱਲਾਂ ਬੜਾ ਜ਼ੋਰ ਨਾਲ ਕਹਿ ਰਿਹਾ, ਖਾਲੀ ਨਿੱਕੀ ਜੀ ਕਿਤਾਬ ਪੜਨ ਨਾਲ ਕੁਝ ਨਹੀਂ ਹੋਣਾ, ਇੱਕ ਪੜਨ ਦੇ ਨਾਲ ਵੀ ਕੁਝ ਨਹੀਂ ਹੋਵੇਗਾ, ਇੱਕ ਦੋ ਚਾਰ ਪੜਨ ਨਾਲ ਵੀ ਕੁਝ ਨਹੀਂ ਹੋਵੇਗਾ। ਇਹ ਖਿਮਾ ਕਰਨਾ ਕੁਝ ਨਹੀਂ ਦਾ ਅਰਥ ਹੈ ਕਿ ਤੁਸੀਂ ਇੰਨਾ ਕੁ ਸਮਝ ਸਕਦੇ ਕਿ ਕਿਤਾਬ ਵਿੱਚ ਕੀ ਲਿਖਿਆ, ਦੋ ਕਿਤਾਬਾਂ ਵਿੱਚ ਕੀ ਲਿਖਿਆ, ਪਰ ਤੁਸੀਂ ਇੱਥੇ ਪਹੁੰਚਣਾ ਕਿ ਤੁਸੀਂ ਖੁਦ ਨਿਰਣਾ ਕਰ ਸਕੋ। ਜਿਹੜੀ ਗੱਲ ਬਹੁਤ ਪਿਆਰੀ ਹੈ, ਤੁਸੀਂ ਖੁਦ ਨਿਰਣਾ ਕਰ ਸਕੋ ਕਿ हरि किशन बोलना है कि हरि कृष्ण बोलना है, पोथी शब्द चाहिए कि बीड़ शब्द चाहिए, माता साहिब कौर सही है या माता साहिब देवी सही है, जप बाणी आखना अच्छा है कि ਜਾਂ जप जी साहिब कहना चाहिए है, बाणी का नाम सोदर है कि बाणी का नाम रहरास है, ਕਿਹੜੀ ਲਿਖਤ ਕਿਸ ਗੁਰੂ ਕਾਲ ਦੀ ਹੈ, ਕਿਹੜੀ ਲਿਖਤ ਗੁਰੂ ਕਾਲ ਦੀ ਹੈ ਕਿ ਨਹੀਂ ਹੈ। ਇਹ ਸਾਰੀਆਂ ਗੱਲਾਂ ਲੰਬੇ ਬੋਲੀ ਲਿਪੀ ਦੇ ਵਿਕਾਸ ਕਰਮ ਤੋਂ ਬਿਨਾਂ ਸਮਝ ਨਹੀਂ ਆਉਣੀਆਂ। ਤੇ ਮੈਂ ਅੱਗੇ ਜਾਣ ਤੋਂ ਪਹਿਲਾਂ ਕੁਝ ਚੁਣਿੰਦਾ ਜਿਹੀਆਂ ਪੁਸਤਕਾਂ ਦਾ ਇੱਥੇ ਆਪ ਜੀ ਦੇ ਅੱਗੇ ਉਲੇਖ ਕਰ ਦਿੰਦਾ ਹਾਂ। ਉਹ ਇਹ ਹੈ ਕਿ ਸਭ ਤੋਂ ਪਿੱਛੋਂ ਤੋਂ ਆਰੰਭ ਕਰਦੇ ਹਾਂ। ਰਾਜੇ ਅਸ਼ੋਕ ਦੇ ਸਾਰੇ ਲੇਖਾਂ ਨੂੰ ਇਕੱਠਾ ਕਰਕੇ ਭਾਰਤ ਦੀ ਇੱਕ ਸੰਸਥਾ ਹੈ ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਉਸ ਦੀ ਇੱਕ ਪੁਸਤਕ 1925 ਵਿੱਚ ਛਪੀ ਸੀ। ਉਸ ਦਾ ਲਿਖਾਰੀ ਹੈ ਈ ਹੁਲਦਜ਼। ਇਹ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ, ਉਹ ਮੇਰੀ ਇਸ ਅਲਮਾਰੀ ਵਿੱਚ ਪਈ ਹੋਈ ਹੈ। ਉਸ ਵਿੱਚ ਰਾਜੇ ਅਸ਼ੋਕ ਦੇ ਸਾਰੇ ਲੇਖ ਹਨ। ਉਹ ਸਾਰੇ ਲੇਖ ਵਿਦਵਾਨ ਸੱਜਣਾਂ ਨੂੰ ਪੜ੍ਹਨੇ ਚਾਹੀਦੇ ਹਨ। ਉਸੇ ਪੁਸਤਕ ਦੀ ਸਹਾਇਤਾ ਵਾਸਤੇ 1962 ਵਿੱਚ ਰਾਜਵੱਲੀ ਪਾਂਡੇ ਜੀ ਦੀ ਪੁਸਤਕ ਹੈ, ਉਹ ਹਿੰਦੀ ਵਿੱਚ ਹੈ। ਉਹਨੇ ਉਸੇ ਪੁਸਤਕ ਤੋਂ ਸਾਰਾ ਸਮਾਨ ਲੈ ਕੇ ਉਸ ਅੰਗਰੇਜ਼ੀ ਨੂੰ ਹਿੰਦੀ ਅਨੁਵਾਦ ਕਰ ਦਿੱਤਾ, ਉਹ ਪੜਨ ਵਾਲੀ ਹੈ। ਤੁਸੀਂ ਪਹਿਲੀ ਸਦੀ ਦੀ ਇੱਕ ਪੁਸਤਕ ਹੈ ਗਾਹਾ ਸਤ ਸਹੀ, ਉਹ ਪੜ ਸਕਦੇ ਹੋ। ਦਾਸ ਨੇ ਜਿਹੜੀਆਂ ਪੜ੍ਹੀਆਂ ਹਨ ਉਹਨਾਂ ਦਾ ਜ਼ਿਕਰ ਕਰਦਾ। ਜਿਹਨੂੰ ਮੈਂ ਪੜ੍ਹੀ ਆਖਦਾ ਹਾਂ ਉਹਦਾ ਅਰਥ ਇਹ ਨਹੀਂ ਹੈ ਕਿ ਚਾਹ ਦੀ ਪਿਆਲੀ ਲਈ ਤੇ ਮੈਂ ਕੋਈ ਦਿਹਾੜੀ ਦੋ ਵਿੱਚ ਕਾਟੇ ਮਾਟੇ ਮਾਰ ਕੇ ਨਹੀਂ, ਉਹਦੇ ਤੇ ਮਹੀਨਿਆਂ ਬੱਧੀ ਵੇਲਾ ਲਾਉਣਾ ਹੁੰਦਾ ਹੈ। ਦੂਜੀ ਪੁਸਤਕ ਹੈ ਗਾਹਾ ਸਤ ਸਹੀ, ਉਹ ਪਹਿਲੀ ਸਦੀ ਦੀ ਲਿਖਤ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਦਾਸ ਨੇ ਜਿਹੜੀ ਤੀਸਰੀ ਪੁਸਤਕ ਪੜ੍ਹੀ ਹੈ ਉਹ 5 ਭਾਗਾਂ ਵਿੱਚ ਇੱਕ 9ਵੀਂ ਸਦੀ ਦਾ ਗ੍ਰੰਥ ਹੈ। ਮੈਂ ਉਹਨੂੰ ਗ੍ਰੰਥ ਹੀ ਬੋਲਦਾ ਸਾਰਿਆਂ ਨੂੰ, ਮੇਰੇ ਲਈ ਸਾਰੇ ਗ੍ਰੰਥ ਨਜ਼ਰ ਆਉਂਦੇ ਨੇ। ਉਹਦਾ ਨਾਮ ਹੈ ਪੌਮਚਰਿਊ। ਉਹ ਸਵਯੰ ਭੂ ਲਖਾਰੀ ਦੀ ਪੁਸਤਕ ਹੈ, ਪਰ ਬਾਅਦ ਵਿੱਚ ਸੰਪਾਦਿਤ ਭਾਯਾਨੀ ਕਿਸੇ ਹੋਰ ਨੇ ਕੀਤਾ ਹੈ। ਲੇਖਕ ਫਿਰ ਉਹਦੇ ਅਨੁਵਾਦਕ ਹੋਰ ਹਨ। ਉਹ ਪੁਸਤਕ ਜਿਹੜੀ ਹੈ ਉਹਦੇ 5 ਭਾਗ ਹਨ, ਜਿਹਦੇ ਵਿੱਚੋਂ ਇੱਕ ਦਾਸ ਨੇ ਪੂਰਾ ਪੜ੍ਹਿਆ, ਜਿਹਦੇ 150-200 ਪੱਤਰੇ ਦਾਸ ਨੇ 100 ਪੱਤਰਾ ਪੜ੍ਹ ਲਿਆ। ਉਹ ਤੁਸੀਂ ਪੜ੍ਹ ਸਕਦੇ ਹੋ। 2 ਸਦੀਆਂ ਪਿੱਛੇ 10ਵੀਂ ਸਦੀ ਦੀ ਇੱਕ ਹੋਰ ਗ੍ਰੰਥ ਹੈ ਜੈਨੀਆਂ ਦਾ। ਇਹ ਪੌਮਚਰਿਊ ਵੀ ਜੈਨੀਆਂ ਦਾ ਗ੍ਰੰਥ ਹੈ। ਤੇ ਉਸ ਤੋਂ ਬਾਅਦ ਵੀ ਜਿਹੜਾ ਹੁਣ ਮੈਂ ਅੱਗੇ ਜ਼ਿਕਰ ਕਰਨ ਲੱਗਾ ਉਹਦਾ ਨਾਮ ਹੈ ਮਹਾਪੁਰਾਣ। ਇਹ ਮਹਾਪੁਰਾਣ ਪਾਂਡਿਆਂ ਵਾਲਾ ਨਹੀਂ ਹੈ, ਇਹ ਜੈਨੀਆਂ ਵਾਲਾ ਹੈ। ਉਸਦੇ 5 ਭਾਗ ਹਨ। ਦਾਸ ਨੇ 2000
18 ਦੇ ਵਿੱਚ ਪਹਿਲਾ ਭਾਗ 100 ਸਵਾ ਸੌ ਪੱਤਰਾ ਕੋਈ 2-3 ਮਾਹ ਲਾ ਕੇ ਪੜਿਆ। ਔਰ ਇਸ 8ਵੀਂ ਸਦੀ ਵਾਲਾ ਪੌਮਚਰਿਯੂ ਔਰ 10ਵੀਂ ਸਦੀ ਵਾਲਾ ਮਹਾਪੁਰਾਣ, ਇਹ ਦੋ ਗ੍ਰੰਥਾਂ ਦੇ 5-5 ਭਾਗ ਹਨ, ਪਰ ਮੈਂ ਇੱਕ ਪੜਿਆ। ਜੋ ਪੜਿਆ ਉਤਨਾ ਕੋ ਬੋਲਦਾ ਹਾਂ, ਪਰ ਉਸ ਵਿੱਚ ਮੈਨੂੰ ਇਹ ਦਿਸ ਪਿਆ ਕਿ ਗੁਰਬਾਣੀ ਉਚਾਰਨ ਉੱਤੇ ਮਾਰਿਆ ਹੋਇਆ ਕਸੂਤਾ ਜਿਹਾ ਹਥੌੜਾ ਸਾਡੇ ਸੱਜਣਾ ਵੱਲੋਂ ਸ਼ੁੱਧ ਉਚਾਰਨ ਵਾਲਾ ਉਹ 100% ਨਿਰਮੂਲ ਹੈ। ਤੁਸੀਂ ਪੜ੍ਹ ਲੈਣਾ ਤੇ ਤੁਹਾਨੂੰ ਸਮਝ ਆ ਜਾਏਗੀ ਕਿ ਗੁਰਬਾਣੀ ਬੋਲੀ ਦਾ ਸੰਬੰਧ ਸੰਸਕ੍ਰਿਤ ਨਾਲ ਨਹੀਂ। ਗੁਰਬਾਣੀ ਬੋਲੀ ਦਾ ਸੰਬੰਧ ਕਿਸ ਨਾਲ ਹੈ? 8ਵੀਂ 9ਵੀਂ 10ਵੀਂ 11ਵੀਂ 12ਵੀਂ 13ਵੀਂ ਸਦੀ ਦੇ ਨਾਲ ਹੈ। ਉਹ ਆਪ ਜੀ ਪੜ੍ਹ ਲੈਣਾ। ਇੱਕ ਹੋਰ ਪੁਸਤਕ ਹੈ ਜੋ 13ਵੀਂ ਸਦੀ ਦੀ ਦੱਸੀ ਜਾਂਦੀ ਹੈ, ਦਾਸ ਨੇ ਸਾਰੀ ਪੜ੍ਹੀ ਹੈ, ਜਿਸ ਵਿੱਚ ਗੁਰਮੁਖੀ ਲਿਪੀ ਦੇ ਬਹੁਤ ਕੀਮਤੀ ਨਮੂਨੇ ਹਨ। ਉਹ ਹੈ ਆਪਣਾ ਇਕਾਦਸੀ ਮਹਾਤਮ। ਉਹ ਇੱਕ ਸੱਜਣ ਨੇ ਦਿੱਤੀ ਸੀ, 10 ਪਾਈ ਸੀ, ਪ੍ਰਾਪਤ ਹੋਈ, ਪੜ੍ਹੀ, ਉਹ ਦੇਖ ਲੈਣਾ। ਤੇ ਜਿਹੜੀ ਹੁਣ ਆਪਾਂ ਆਰੰਭ ਕੀਤੀ ਹੋਈ ਹੈ ਹੁਕਮਨਾਮੇ, ਇਸ ਵਿੱਚ 250 ਬਰਖਾਂ ਦੇ ਹੱਥ ਲਿਖਤ ਹੈ। ਇਹ ਸਾਰੇ ਹੁਕਮਨਾਮੇ ਪੜ੍ਹ ਲੈਣੇ, ਸਮਝ ਲੈਣੇ, ਸਿੱਖ ਲੈਣੇ। ਤੇ ਫਿਰ ਆਪ ਜੀ ਜਦੋਂ ਰਾਜੇ ਅਸ਼ੋਕ ਤੋਂ ਲੈ ਕੇ ਤੇ ਜਦੋਂ ਤੁਸੀਂ ਇੱਥੇ 19ਵੀਂ ਸਦੀ ਤੱਕ ਆ ਜਾਓਗੇ ਤੇ ਆਪ ਜੀ ਨੂੰ ਕੱਲੀ ਕੱਲੀ ਬਾਤ ਦਾ ਨਿਰਣਾ ਹੋ ਜਾਵੇਗਾ। ਕਿ ਜਿਸ ਤਰ੍ਹਾਂ ਇੱਥੇ ਇੱਕ ਸ਼ਬਦ ਹੁਣੇ ਮੈਂ ਆ ਦੇਖਿਆ, ਤੁਸੀਂ ਆ ਖਾਲਸਾ ਸ਼ਬਦ ਹੈ ਨਾ, ਖਾਲਸਾ ਖਾਲਾ, ਵੀਰ ਜੀ ਸਕਰੀਨ ਤੇ ਨਹੀਂ ਆ ਰਿਹਾ। ਹਾਂਜੀ ਸਕਰੀਨ ਤੇ ਮਾਫ ਕਰਨਾ, ਪੱਤਰਾ ਗਵਾਚ ਗਿਆ ਜੀ। ਲਓ ਜੀ, ਮੈਂ ਰਿਕਾਰਡਿੰਗ ਚੱਲ ਰਹੀ ਹੈ ਨਾ ਜੀ? ਜੀ ਚੱਲ ਰਹੀ ਹੈ, ਰਿਕਾਰਡਿੰਗ ਚੱਲ ਰਹੀ ਹੈ। ਉਹ ਪੱਤਰੇ ਦੇ ਉੱਤੇ ਕਰਤਾਰਪੁਰ ਉਹ ਵੀ ਗਲਤ ਲਿਖਿਆ ਹੋਇਆ, ਤੁਸੀਂ ਗਲਤੀ ਨਾਲ ਉਹ ਵੀ ਠੀਕ ਕਰ ਲਿਓ। ਤੇ ਵਿੱਚ ਬੋਲਿਆ ਸੀ, ਤਾਂ ਕਰਕੇ ਫਿਰ ਮੈਂ ਦੋਏ ਗੱਲਾਂ ਇੱਕੋ ਜਗ੍ਹਾ ਕਰ ਲਈਆਂ। ਇਹ ਪੱਤਰਾ ਜੀ ਗਵਾਚ ਗਿਆ, ਉਹ ਮੇਰੀ ਪਕੜ ਚ ਨਹੀਂ ਆਇਆ। ਹੁਣ ਤੁਹਾਡੇ ਸਾਹਮਣੇ ਹੈ ਜੀ? ਜੀ ਆ ਗਿਆ ਜੀ। ਪਰ ਉਹ ਨਹੀਂ ਜਿਹੜਾ ਆਪਾਂ ਪੜ੍ਹ ਰਹੇ ਸੀ, ਇਹ ਉਹ ਨਹੀਂ ਹੈ। ਇਹ ਮੈਂ ਦੁਬਾਰਾ ਪੱਤਰਾ ਪਿੱਛੇ ਲੈ ਕੇ ਆਇਆ ਵਾਂ ਕਿ ਉਸ ਬੋਲੀ ਦੇ ਅਧਿਐਨ ਵਿੱਚ ਆਪ ਜੀ ਨੂੰ ਸਮਝ ਆ ਜਾਏਗੀ ਕਿ ਸਾਨੂੰ ਖਾਲਸਾ ਲਿਖਣਾ ਚਾਹੀਦਾ ਹੈ ਜਾਂ ਖਾਲਸਾ ਲਿਖਣਾ ਚਾਹੀਦਾ ਹੈ। ਤਾਂ ਉਹ ਬੋਲੀ ਦੇ ਅਧਿਐਨ ਦੀ ਮੈਂ ਗੱਲ ਸੰਖੇਪ ਕਰਕੇ ਤਾਂ ਮੈਂ ਇੱਥੇ ਸਮਾਪਤੀ ਕਰਦਾ ਹਾਂ ਕਿ ਜੇ ਆਪ ਜੀ ਨੇ ਨਿਰਣਾਜਨਕ ਕਰਨੀ ਹੈ, ਹਾਂ, ਇਹਦੇ ਵਿੱਚ ਇੱਕ ਕੀਮਤੀ ਚੀਜ਼ ਮੇਰੇ ਕੋਲ ਛੁੱਟ ਚੱਲੀ ਸੀ ਜੋ ਮੇਰੀ ਭੁੱਲ ਹੋ ਗਈ ਸੀ, ਵੱਡੀ ਪਰ ਚੇਤੇ ਆ ਗਈ ਹੈ। ਉਹ ਕਿਹੜੀ ਹੈ? ਕਿ ਇੱਕ ਕੀਮਤੀ ਪੁਸਤਕ ਜੋ ਬਹੁਤ ਕੀਮਤੀ ਹੈ, ਇਹਨਾਂ ਹੁਕਮਨਾਮਿਆਂ ਦੇ ਨਾਲ ਉਸ ਦਾ ਸਥਾਨ ਹੈ, ਉਹ ਹੈ ਅਯਿਆਪੁਰ ਵਾਲੀ ਪੋਥੀ, ਗੁਰੂ ਨਾਨਕ ਯੂਨੀਵਰਸਿਟੀ ਵੱਲੋਂ ਛਪੀ ਹੋਈ, ਸਰਦਾਰ ਡਾਕਟਰ ਪ੍ਰੀਤਮ ਸਿੰਘ ਜੀ ਵੱਲੋਂ ਸੰਪਾਦਿਤ ਕੀਤੀ ਹੋਈ। ਤੇ ਜਦੋਂ ਤੁਸੀਂ ਰਾਜੇ ਅਸ਼ੋਕ ਤੇ ਪੁਰਾਣੀ ਬੋਲੀ ਤੇ ਅਯਿਆ ਵਾਲੀ ਪੋਥੀ ਦੇ ਸਾਰੇ ਪੱਤਰੇ ਪੜ੍ਹ ਲਓਗੇ ਤੇ ਹੁਕਮਨਾਮੇ ਸਾਰੇ ਪੜ੍ਹ ਲਵੋਗੇ, ਤੇ ਫਿਰ ਆਪ ਜੀ ਨੂੰ ਸਹੀ ਨਿਰਣਾ ਹੋਵੇਗਾ ਕਿ ਕਰਤਾਰਪੁਰ ਵਿੱਚ ਪਈ ਹੋਈ ਪੋਥੀ ਦਾ ਸਥਾਨ ਕੀ ਹੈ ਔਰ ਇਹਦੀ ਲਿਖਤ ਦਾ ਕਾਲ ਕੀ ਹੈ। ਡਾਂਗਾ ਨਾਲ ਨਿਰਣਾ ਕਰਨਾ, ਫਤਵੇ ਦੇ ਕੇ ਨਿਰਣਾ ਕਰਨਾ, ਇਹ ਇੱਕ ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਅਧਿਐਨ ਤੋਂ ਵਾਂਝੇ ਹਨ। ਪਰ ਮੇਰਾ ਇਹ ਅਧਿਐਨ ਜਾਂ ਵਿਚਾਰ ਸੁਹਿਰਦ ਸੱਜਣਾ ਵਾਸਤੇ ਹੈ, ਜਿਨ੍ਹਾਂ ਨੇ ਸਿੱਧੇ ਰਾਹੇ ਆਪ ਪੈਣਾ ਹੈ ਤੇ ਹਮਦਰਦੀ ਦੇ ਨਾਲ ਸਿੱਧੇ ਰਾਹੇ ਪਾਣਾ ਹੈ। ਤੇ ਗੁਰੂ ਪਿਆਰਿਓ, ਮੈਂ ਆਪ ਜੀ ਨੂੰ ਫਿਰ ਦੱਸਾਂ, ਇੱਥੇ ਹੀ ਦਾਸ ਨੂੰ ਇਸ ਅਧਿਐਨ ਦੇ ਵਿੱਚੋਂ ਇਹਦੇ ਪ੍ਰਤੀ ਪਤਾ ਲੱਗਾ ਔਰ ਫਿਰ ਕਦੀ ਜ਼ਿਕਰ ਕਰਾਂਗੇ ਔਰ ਉਸ ਨੂੰ ਦਿਖਾਵਾਂਗੇ ਕਿ ਡਾਕਟਰ ਰਤਨ ਸਿੰਘ ਜੱਗੀ ਜੀ ਨੇ ਜੋ 10ਮ ਗ੍ਰੰਥ ਦੀ ਵਿਆਖਿਆ 5 ਭਾਗਾਂ ਵਿੱਚ ਕੀਤੀ ਹੈ, ਉਹਦੀ ਪਹਿਲੀ ਪੋਥੀ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਹੈ ਕਿ ਇਹ
भीड़ दिल्ली विच फलाने स्थान ते पई है और इतने बरख पुरानी है, उत्थे डॉक्टर रतन सिंह जग्गी जी नूं भी भुलेखा लगा जैसा भुलेखा इत्थे डॉक्टर गंडा सिंह जी नूं लगा होया है। उहदा कारण की, जो मैं आप जी नूं 2 वीडियो विच बड़े जोर नाल दस्सण दा यतन कीता कि ये निर्णा करना, ये गल बहुत तपस्या वाली है। ये वड्डी तपस्या तो बाद एक ज्ञान प्राप्त होना है कि निर्णय करने वाली बिरती आ जावे, वो उदों आवेगी जड़ा इतना पढ़ेगा। और चेते रखना, जड़ा इतना नहीं पढ़ेगा वो इस निर्णय ते नहीं पहुंच सकेगा। वो सारी जिंदगी जिवें किसी ने लिखिया वो उस तरह अगे अगे चलाई जाएगा जी। एक जरूरी विचार सी ते हुण इस तों अगे आपां ਜਿਹੜਾ ਹੈ ਇੱਥੇ ਕਰਤਾਰਪੁਰ ਦੇ ਅੱਖਰ ਠੀਕ ਕਰ ਲੈਣਾ ਜੀ, ਇਹ ਗਲਤ ਲਿਖਿਆ ਹੋਇਆ ਤੁਸੀਂ ਇੱਥੇ। ਹਾਂਜੀ ਆਪ ਜੀ ਬਹੁਤ ਵੀਰ ਜੀ ਖੂਬ ਹੈ। ਮੈਂ ਆ ਜਿਹੜੀ ਸ਼ਬਦਾਵਲੀ ਹੈ 2-3 ਪੱਤਰੇ ਜਿਹੜੇ ਹਨ ਇਹ ਮੈਂ ਦੁਬਾਰਾ ਸਹੀ ਕਰਕੇ ਤੇ ਅਗਲੀ ਵਾਰ ਆਪ ਜੀ ਨੂੰ ਇਹਨਾਂ ਨੂੰ ਜਿਹੜੀ ਦਰੁਸਤੀ ਹੈ ਉਹ ਮੈਂ ਆਪ ਜੀ ਨੂੰ ਦਿਖਾ ਦਿਆਂਗਾ ਜੀ। ਤੇ ਮੈਂ ਇੱਥੇ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।